ਨਵੇਂ ਸਾਲ ਦੇ ਪਹਿਲੇ ਦਿਨ ਤੇ ਸਬਤ ਦਾ ਹੋਣਾ ਬਹੁਤ ਅਸਧਾਰਨ ਹੈ। ਸਬਤ ਦੇ ਦਿਨ ਤੋਂ ਸ਼ੁਰੂ ਹੁੰਦਾ ਨਵਾਂ ਸਾਲ ਦੇਖ ਕੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਇਸ ਸਾਲ ਪਰਮੇਸ਼ਵਰ ਪੱਕਾ ਹੀ ਬਹੁਤ ਸਾਰੀਆਂ ਆਸੀਸ਼ਾਂ ਦੀ ਵਰਖਾ ਕਰਨਗੇ। ਪਰਮੇਸ਼ਵਰ ਸਾਨੂੰ ਬਾਈਬਲ ਦੇ ਦੁਆਰਾ ਸਿਖਾਉਂਦੇ ਹਨ ਕਿ ਸਬਤ ਦਾ ਦਿਨ ਆਸੀਸ਼ ਪਾਉਣ ਦਾ ਦਿਨ ਹੈ। ਸਾਰੇ ਲੋਕੋ ਨਵੇਂ ਸਾਲ ਦੇ ਦਿਨ ਤੇ ਕੀ ਸੁਣਨਾ ਸਭ ਤੋਂ ਧੰਨ ਗੱਲ ਹੈ। ਕੋਰੀਆ ਵਿੱਚ ਰਵਾਇਤੀ ਤੌਰ ਤੇ ਨਵੇਂ ਸਾਲ ਦੇ ਦਿਨ ਲੋਕਾਂ ਦਾ ਇੱਕ ਦੂਜੇ ਨੂੰ ਕਹਿਣਾ ਕਿ ਬਹੁਤ ਸਾਰੀਆਂ ਆਸੀਸ਼ਾਂ ਪ੍ਰਾਪਤ ਕਰੋ ਆਮ ਗੱਲ ਨਹੀਂ ਹੈ। ਕਿ ਇਹ ਬਹੁਤ ਅਰਥਪੂਰਨ ਨਹੀਂ ਹੈ ਕਿਉਂਕਿ ਇਹ ਸਬਤ ਦਾ ਦਿਨ ਆਸੀਸ਼ ਦੇ ਨਾਲ ਸ਼ੁਰੂ ਹੁੰਦਾ ਹੈ। ਇਸ ਲਈ ਅੱਜ ਅਸੀਂ ਸਬਤ ਦੇ ਦਿਨ ਪਰਮੇਸ਼ਵਰ ਦੀ ਆਸੀਸ਼ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਾਂਗੇ। ਆਓ ਅਸੀਂ ਬਵਸਥਾ ਅਧਿਆਇ 28 ਉੱਤੇ ਨਜ਼ਰ ਪਾਈਏ। ਆਓ ਅਸੀਂ ਬਵਸਥਾ ਅਧਿਆਇ 28 ਵਚਨ 1 ਉੱਤੇ ਪਰਮੇਸ਼ਵਰ ਦਾ ਵਚਨ ਪੜ੍ਹੀਏ। ਤਾਂ ਇਹ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਆਸੀਸ਼ਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਵਚਨ 3, ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ। ਮੁਬਾਰਕ ਹੋਵੇਗਾ ਤੁਹਾਡਾ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੋਨੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ। ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਵਿੱਚ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ। ਯਹੋਵਾ ਤੁਹਾਡਿਆਂ ਵੈਰੀਆਂ ਨੂੰ ਤੁਹਾਡੇ ਜਿਹੜੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਸੁੱਟੇਗਾ। ਇੱਕ ਰਾਹੀ ਥਾਣੀ ਉਹ ਆਉਣਗੇ ਪਰ ਸੱਤੀ ਰਾਹੀ ਹੋ ਕੇ ਤੁਹਾਡੇ ਅੱਗੋਂ ਨੱਠਣਗੇ। ਯਹੋਵਾ ਤੁਹਾਡੇ ਲਈ ਆਸੀਸ਼ ਦੀ ਆਗਿਆ ਤੁਹਾਡੇ ਮੋਦੀ ਖਾਨਿਆਂ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ ਅਤੇ ਉਹ ਤੁਹਾਨੂੰ ਉਸ ਦੇਸ਼ ਵਿੱਚ ਆਸੀਸ਼ ਦੇਵੇਗਾ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ। ਤਾਂ ਜਿਵੇਂ ਉਸਨੇ ਤੁਹਾਡੇ ਨਾਲ ਸਹੁੰ ਖਾਧੀ, ਯਹੋਵਾ ਤੁਹਾਨੂੰ ਇੱਕ ਪਵਿੱਤਰ ਪ੍ਰਜਾ ਕਰਕੇ ਕਾਇਮ ਕਰੇਗਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ। ਤਾਂ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾ ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ ਅਤੇ ਉਹ ਤੁਹਾਥੋਂ ਡਰਨਗੇ। ਸਿਰਫ ਇੰਨਾ ਹੀ ਨਹੀਂ ਹੈ, ਆਓ ਅਸੀਂ ਵਚਨ 13 ਉੱਤੇ ਜਾਈਏ। ਯਹੋਵਾ ਤੁਹਾਨੂੰ ਕੀ ਠਹਿਰਾਵੇਗਾ? ਯਹੋਵਾ ਤੁਹਾਨੂੰ ਸਿਰ ਠਹਿਰਾਵੇਗਾ ਪਰ ਪੂਛ ਨਹੀਂ, ਅਤੇ ਤੁਸੀਂ ਉੱਤੇ ਹੀ ਰਹੋਗੇ ਪਰ ਹੇਠਾਂ ਨਹੀਂ। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਨੂੰ ਸੁਣੋ ਜਿਹੜੇ ਅੱਜ ਮੈਂ ਤੁਹਾਨੂੰ ਪਾਲਣਾ ਕਰਨ ਲਈ ਦਿੰਦਾ ਹਾਂ, ਅਤੇ ਤੁਸੀਂ ਉਹਨਾਂ ਗੱਲਾਂ ਤੋਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਸੱਜੇ ਖੱਬੇ ਨਾ ਮੁੜੋ, ਭਈ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਜਾ ਕੇ ਉਹਨਾਂ ਦੀ ਪੂਜਾ ਕਰੋ। ਆਖਰਕਾਰ ਜੇਕਰ ਅਸੀਂ ਬਵਸਥਾ 28 ਵਿੱਚ ਲਿਖੇ ਗਏ ਕੰਮਾਂ ਨੂੰ ਕਰਦੇ ਹਾਂ ਤਦ ਪਰਮੇਸ਼ਵਰ ਪੱਕੇ ਤੌਰ ਤੇ ਸਾਨੂੰ ਇੱਕ ਮੁਬਾਰਕ ਜੀਵਨ ਜਿਉਣ ਦੀ ਇਜਾਜ਼ਤ ਦੇਣਗੇ। ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ। ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ। ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਵਿੱਚ ਜਿਉਣਾ ਸਾਡੇ ਜੀਵਨ ਵਿੱਚ ਸਭ ਤੋਂ ਵੱਡੀ ਆਸੀਸ਼ ਅਤੇ ਖੁਸ਼ੀ ਲਿਆਉਣ ਦੀ ਕੁੰਜੀ ਹੈ। ਮੈਂ ਤੁਹਾਨੂੰ ਇੱਕ ਵਾਰ ਫਿਰ ਇਹਨਾਂ ਸ਼ਬਦਾਂ ਨੂੰ ਅੱਜ ਆਪਣੇ ਦਿਲਾਂ ਉੱਤੇ ਅੰਕਿਤ ਕਰਨ ਲਈ ਕਹਿੰਦਾ ਹਾਂ। ਉਤਪਤੀ ਕਿਤਾਬ ਦੇ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਜੋ ਸਬਤ ਦਾ ਦਿਨ ਅਸੀਂ ਅੱਜ ਮਨਾ ਰਹੇ ਹਾਂ ਉਹ ਇੱਕ ਅਜਿਹਾ ਦਿਨ ਹੈ ਜਿਸ ਨੂੰ ਪਰਮੇਸ਼ਵਰ ਨੇ ਸਾਨੂੰ ਆਸੀਸ਼ ਦੇਣ ਲਈ ਨਿਯੁਕਤ ਕੀਤਾ ਹੈ। ਲੋਕ ਕਹਿੰਦੇ ਹਨ ਕਿ ਜੇਕਰ ਸਾਲ ਦੇ ਪਹਿਲੇ ਦਿਨ ਕੁਝ ਖੁਸ਼ੀ ਦੀ ਗੱਲ ਹੁੰਦੀ ਹੈ ਤਦ ਪੂਰੇ ਸਾਲ ਖੁਸ਼ੀ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ, ਅਤੇ ਸਾਲ ਦੇ ਪਹਿਲੇ ਦਿਨ ਕੁਝ ਦੁੱਖ ਭਰਿਆ ਹੁੰਦਾ ਹੈ ਤਦ ਪੂਰੇ ਸਾਲ ਦੁੱਖ ਦੀਆਂ ਗੱਲਾਂ ਹੀ ਹੁੰਦੀਆਂ ਰਹਿਣਗੀਆਂ। ਭਾਵੇਂ ਇਹ ਗੱਲ ਪਰਮੇਸ਼ਵਰ ਵੱਲੋਂ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਕਿ ਪਰਮੇਸ਼ਵਰ ਨੇ ਇਸ ਸਾਲ ਨੂੰ ਸਬਤ ਦੇ ਦਿਨ ਤੋਂ ਇਸ ਲਈ ਸ਼ੁਰੂ ਹੋਣ ਦਿੱਤਾ ਹੋਵੇਗਾ ਤਾਂ ਜੋ ਪਰਮੇਸ਼ਵਰ ਦੀ ਆਸੀਸ਼ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਉੱਤੇ ਆ ਸਕੇ। 2022 ਦੇ ਪੂਰੇ ਸਾਲ ਵਿੱਚ ਮੁਬਾਰਕ ਹੋਵਾਂਗੇ ਅਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵਾਂਗੇ ਅਸੀਂ ਆਪਣੇ ਬਾਹਰ ਜਾਣ ਵਿੱਚ। ਨਵੇਂ ਸਾਲ ਦੇ ਪਹਿਲੇ ਦਿਨ ਤੇ ਸਬਤ ਦੇ ਦਿਨ ਨੂੰ ਨਿਯੁਕਤ ਕਰਨ ਵਿੱਚ ਪਰਮੇਸ਼ਵਰ ਦਾ ਇਹ ਮਕਸਦ ਲੁਕਿਆ ਹੈ। ਅੱਜ ਦੀ ਆਰਾਧਨਾ ਲਈ ਪਰਮੇਸ਼ਵਰ ਦਾ ਵਚਨ ਤਿਆਰ ਕਰਦੇ ਸਮੇਂ ਮੇਰੇ ਮਨ ਵਿੱਚ ਇਹ ਵਿਚਾਰ ਆਇਆ, ਆਓ ਅਸੀਂ ਦੇਖੀਏ ਕਿ ਪਰਮੇਸ਼ਵਰ ਨੇ ਕਿਸ ਦਿਨ ਨੂੰ ਸਬਤ ਦੇ ਰੂਪ ਵਿੱਚ ਨਿਯੁਕਤ ਕੀਤਾ ਅਤੇ ਕਿਵੇਂ ਪਰਮੇਸ਼ਵਰ ਨੇ ਸਾਨੂੰ ਇਸ ਨੂੰ ਮਨਾਉਣ ਦਾ ਹੁਕਮ ਦਿੱਤਾ। ਆਓ ਅਸੀਂ ਉਤਪਤੀ ਦੀ ਕਿਤਾਬ ਅਧਿਆਇ 2 ਵਚਨ 1 ਨਾਲ ਪੜ੍ਹੀਏ। ਆਓ ਅਸੀਂ ਅਧਿਆਇ 2 ਵਚਨ 1 ਵਿੱਚ ਪਰਮੇਸ਼ਵਰ ਦਾ ਵਚਨ ਪੜ੍ਹੀਏ।
ਸੋ ਆਕਾਸ਼ ਤੇ ਧਰਤੀ ਤੇ ਉਹਨਾਂ ਦੀ ਸਾਰੀ ਵਸੋਂ ਸੰਪੂਰਨ ਕੀਤੀ ਗਈ ਅਤੇ ਪਰਮੇਸ਼ਵਰ ਨੇ 7ਵੇਂ ਦਿਨ ਆਪਣੇ ਕਾਰਜ ਨੂੰ ਜਿਹੜਾ ਉਸਨੇ ਬਣਾਇਆ ਸੀ ਸੰਪੂਰਨ ਕੀਤਾ ਅਤੇ 7ਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸਨੇ ਬਣਾਇਆ ਸੀ ਵਿਹਲਾ ਹੋ ਗਿਆ। ਇੱਥੇ ਅਸੀਂ ਦੋ ਸ਼ਬਦਾਂ ਨੂੰ ਦੇਖ ਸਕਦੇ ਹਾਂ, 7ਵਾਂ ਦਿਨ ਅਤੇ ਵਿਹਲਾ। 6 ਦਿਨਾਂ ਤੱਕ ਪਰਮੇਸ਼ਵਰ ਨੇ ਮਨੁੱਖ ਜਾਤੀ ਅਤੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਫਿਰ 7ਵੇਂ ਦਿਨ ਵਿਸ਼ਰਾਮ ਕੀਤਾ, ਕਿਉਂਕਿ ਇਸ ਦਿਨ ਪਰਮੇਸ਼ਵਰ ਨੇ ਆਪਣੇ ਕੰਮਾਂ ਤੋਂ ਵੇਲ ਪਾਈ। ਇਸ ਲਈ ਇਸ ਦਿਨ ਨੂੰ ਸਬਤ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਹੈ ਵਿਸ਼ਰਾਮ ਕਰਨਾ। ਆਓ ਅਸੀਂ ਵਚਨ 3 ਵਿੱਚ ਜਾ ਕੇ ਦੇਖੀਏ ਕਿ ਇਸ ਦਿਨ ਵਿੱਚ ਪਰਮੇਸ਼ਵਰ ਦੀ ਕੀ ਮਰਜ਼ੀ ਦਰਜ ਹੈ। ਤਾਂ ਪਰਮੇਸ਼ਵਰ ਨੇ 7ਵੇਂ ਦਿਨ ਨੂੰ ਆਸ਼ੀਸ਼ ਦਿੱਤੀ ਅਤੇ ਉਹਨੂੰ ਕੀ ਠਹਿਰਾਇਆ? ਪਰਮੇਸ਼ਵਰ ਨੇ ਉਸ ਦਿਨ ਨੂੰ ਆਸ਼ੀਸ਼ ਦਿੱਤੀ ਅਤੇ ਉਸ ਦਿਨ ਨੂੰ ਪਵਿੱਤਰ ਵੀ ਕੀਤਾ ਅਤੇ ਉਹਨੂੰ ਇਸ ਲਈ ਪਵਿੱਤਰ ਠਹਿਰਾਇਆ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਪਰਮੇਸ਼ਵਰ ਨੇ ਉਤਪਤ ਕਰਕੇ ਬਣਾਇਆ ਸੀ ਉਹ ਵਿਹਲਾ ਹੋ ਗਿਆ। ਬਾਈਬਲ ਸਾਨੂੰ ਇਹੀ ਸਿਖਾਉਂਦੀ ਹੈ। ਉਤਪਤ ਦੀ ਕਿਤਾਬ ਅਧਿਆਇ 2 ਵਿੱਚ ਜੋ ਲਿਖਿਆ ਹੈ ਉਸ ਦੇ ਅਨੁਸਾਰ 7ਵੇਂ ਦਿਨ ਦਾ ਇੱਕ ਖਾਸ ਮਤਲਬ ਹੈ। ਸਾਰੇ ਲੋਕੋ, ਕਿ ਤੁਹਾਡੇ ਜਨਮ ਦਿਨ ਦਾ ਕੋਈ ਖਾਸ ਮਤਲਬ ਨਹੀਂ ਹੈ? ਭਾਵੇਂ ਜੇਕਰ ਤੁਸੀਂ ਹੋਰ ਦਿਨਾਂ ਵਿੱਚ ਆਪਣੇ ਲਈ ਖਾਸ ਭੋਜਨ ਨਹੀਂ ਬਣਾਉਂਦੇ, ਪਰ ਕੀ ਤੁਸੀਂ ਆਪਣੇ ਜਨਮ ਦਿਨ ਤੇ ਘੱਟੋ ਘੱਟ ਇੱਕ ਖਾਸ ਭੋਜਨ ਨਹੀਂ ਬਣਾਉਂਦੇ? ਤੁਹਾਡੇ ਜਨਮ ਦਿਨ ਤੇ ਅਜਿਹਾ ਨਹੀਂ ਹੁੰਦਾ ਕਿ ਸੂਰਜ ਪੱਛਮ ਤੋਂ ਚੜ੍ਹਦਾ ਅਤੇ ਦੱਖਣ ਵਿੱਚ ਡੁੱਬਦਾ ਹੈ ਨਾ? ਤੁਹਾਡੇ ਜਨਮ ਦਿਨ ਤੇ ਕੁਝ ਵੀ ਨਹੀਂ ਬਦਲਦਾ, ਪਰ ਤੁਸੀਂ ਇਸ ਨੂੰ ਇੱਕ ਖਾਸ ਦਿਨ ਮੰਨਦੇ ਹੋ ਕਿਉਂਕਿ ਇਸ ਦਾ ਇੱਕ ਖਾਸ ਮਤਲਬ ਹੈ। ਪਹਿਲਾ ਦਿਨ, ਦੂਸਰਾ ਦਿਨ, ਤੀਸਰਾ ਦਿਨ, ਚੌਥਾ ਦਿਨ, 5ਵਾਂ ਦਿਨ ਅਤੇ 6ਵਾਂ ਦਿਨ ਸਾਰੇ ਮਹੱਤਵਪੂਰਨ ਹਨ, ਪਰ ਪਰਮੇਸ਼ਵਰ ਨੇ 7ਵੇਂ ਦਿਨ ਵਿੱਚ ਇੱਕ ਬਹੁਤ ਹੀ ਖਾਸ ਮਤਲਬ ਰੱਖਿਆ ਹੈ। ਪਰਮੇਸ਼ਵਰ ਨੇ ਉਸ ਦਿਨ ਨੂੰ ਪਵਿੱਤਰ ਠਹਿਰਾਇਆ। ਪਰਮੇਸ਼ਵਰ ਨੇ ਸ੍ਰਿਸ਼ਟੀ ਦੇ ਸਮੇਂ ਤੋਂ ਉਸ ਦਿਨ ਨੂੰ ਆਸ਼ੀਸ਼ ਦੇਣ ਦੇ ਦਿਨ ਦੇ ਰੂਪ ਵਿੱਚ ਨਿਯੁਕਤ ਕੀਤਾ। ਸ੍ਰਿਸ਼ਟੀ ਦੇ ਸਮੇਂ ਵਿੱਚ ਪਰਮੇਸ਼ਵਰ ਨੇ ਸਾਡੇ ਲਈ ਪਰਮੇਸ਼ਵਰ ਕੋਲ ਆਉਣ, ਪਰਮੇਸ਼ਵਰ ਦੀ ਆਰਾਧਨਾ ਕਰਨ ਅਤੇ ਪਰਮੇਸ਼ਵਰ ਤੋਂ ਆਸ਼ੀਸ਼ ਪ੍ਰਾਪਤ ਕਰਨ ਲਈ ਇਸ ਦਿਨ ਨੂੰ ਸਬਤ ਦੇ ਦਿਨ ਦੇ ਰੂਪ ਵਿੱਚ ਨਿਯੁਕਤ ਕੀਤਾ। ਆਓ ਅਸੀਂ ਕੂਚ ਅਧਿਆਇ 20 ਵਿੱਚ ਪਰਮੇਸ਼ਵਰ ਦੇ ਵਚਨ ਉੱਤੇ ਜਾਈਏ। ਕੂਚ ਅਧਿਆਇ 20 ਵਚਨ 8। ਇੱਥੇ ਪਰਮੇਸ਼ਵਰ ਨੇ ਸਾਨੂੰ ਕੀ ਕਰਨ ਦਾ ਹੁਕਮ ਦਿੱਤਾ ਹੈ? ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ। ਇੱਥੇ ਮਨੁੱਖ ਜਾਤੀ ਨਾਲ ਕੌਣ ਗੱਲ ਕਰ ਰਹੇ ਹਨ? ਪਰਮੇਸ਼ਵਰ ਨੇ ਇਨ੍ਹਾਂ ਵਚਨਾਂ ਨੂੰ 10 ਹੁਕਮਾਂ ਦੀਆਂ ਫੱਟੀਆਂ ਉੱਤੇ ਉਕਾਰਿਆ ਤਾਂ ਜੋ ਅਸੀਂ ਉਹਨਾਂ ਨੂੰ ਨਾ ਭੁੱਲੀਏ। ਫਿਰ ਪਰਮੇਸ਼ਵਰ ਦੀ ਸ੍ਰਿਸ਼ਟੀ ਦੇ ਦਿਨਾਂ ਵਿੱਚੋਂ ਕਿਸ ਦਿਨ ਉੱਤੇ ਸਬਤ ਦਾ ਦਿਨ ਆਉਂਦਾ ਹੈ? ਪਰਮੇਸ਼ਵਰ ਨੇ ਕਿਹਾ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ। ਇਸ ਦਿਨ ਨੂੰ ਚੇਤੇ ਰੱਖਣ ਤੋਂ ਇਲਾਵਾ ਪਰਮੇਸ਼ਵਰ ਨੇ ਸਾਨੂੰ ਹੋਰ ਕੀ ਕਰਨ ਦਾ ਹੁਕਮ ਦਿੱਤਾ? ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਕਿ ਇਸ ਨੂੰ ਪਵਿੱਤਰ ਮੰਨਣਾ। ਇਹ ਪਰਮੇਸ਼ਵਰ ਦੇ ਸੰਪੂਰਨ ਵਚਨ ਹਨ ਜੋ ਸਾਨੂੰ ਦਿਖਾਉਂਦੇ ਹਨ ਕਿ ਪਰਮੇਸ਼ਵਰ ਨੇ ਇਸ ਦਿਨ ਨੂੰ ਸਾਰੀ ਮਨੁੱਖ ਜਾਤੀ ਉੱਤੇ ਆਪਣੀ ਆਸ਼ੀਸ਼ ਬਰਸਾਉਣ ਲਈ ਨਿਯੁਕਤ ਕੀਤਾ ਸੀ। ਆਸ਼ੀਸ਼ਾਂ ਦੇ ਭਰਪੂਰ ਮਾਤਰਾ ਵਿੱਚ ਆਉਣ ਲਈ ਸਾਨੂੰ ਹਮੇਸ਼ਾ ਕਿੱਥੇ ਰਹਿਣਾ ਚਾਹੀਦਾ ਹੈ? ਸਾਨੂੰ ਪਰਮੇਸ਼ਵਰ ਦੇ ਵਚਨਾਂ ਵਿੱਚ ਨਿਵਾਸ ਕਰਨਾ ਚਾਹੀਦਾ ਹੈ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਮੰਨਦੇ ਹਾਂ ਅਤੇ ਉਸ ਦਾ ਪਾਲਣ ਕਰਦੇ ਹਾਂ, ਤਦ ਪਰਮੇਸ਼ਵਰ ਦੀ ਆਸ਼ੀਸ਼ ਸਾਡੇ ਉੱਤੇ ਆਉਂਦੀ ਹੈ। ਕੁਝ ਲੋਕ ਖੁਦ ਤੋਂ ਪੁੱਛ ਸਕਦੇ ਹਨ, ਪਰਮੇਸ਼ਵਰ ਨੇ ਕਿਹਾ ਸੀ ਕਿ ਇਹ ਸਾਲ ਅਸਲ ਵਿੱਚ ਇੱਕ ਧਨ ਸਾਲ ਹੋਵੇਗਾ, ਫਿਰ ਵੀ ਅਜਿਹਾ ਕਿਉਂ ਹੈ? ਕਿ ਮੇਰਾ ਜੀਵਨ ਇੰਨਾ ਥਕਾਵਟ ਨਾਲ ਭਰਿਆ ਅਤੇ ਬੋਰਿੰਗ ਹੈ? ਸਾਨੂੰ ਆਪਣੇ ਬਾਰੇ ਸਾਵਧਾਨੀ ਨਾਲ ਸੋਚਣ ਦੀ ਲੋੜ ਹੈ ਕਿ ਮੈਂ ਕੁਝ ਅਜਿਹਾ ਕਰ ਰਿਹਾ ਹਾਂ ਜੋ ਪਰਮੇਸ਼ਵਰ ਦੀ ਆਸ਼ੀਸ਼ ਨੂੰ ਦੂਰ ਕਰ ਰਿਹਾ ਹੈ। ਕਿ ਅਜਿਹਾ ਕੋਈ ਪਲ ਸੀ ਜਦੋਂ ਮੈਂ ਪਰਮੇਸ਼ਵਰ ਦੇ ਵਚਨ ਦੇ ਪ੍ਰਤੀ ਆਗਿਆਕਾਰੀ ਨਹੀਂ ਸੀ? ਜਦੋਂ ਮੈਂ ਪਰਮੇਸ਼ਵਰ ਦੇ ਵਚਨ ਮੰਨਦਾ ਹਾਂ ਅਤੇ ਪਾਲਣ ਕਰਦਾ ਹਾਂ, ਤਦ ਮੈਂ ਅੰਦਰ ਆਉਂਦੇ ਸਮੇਂ ਅਤੇ ਬਾਹਰ ਜਾਂਦੇ ਸਮੇਂ ਧਨ ਹੋ ਸਕਦਾ ਹਾਂ। ਜੋ ਦਿਨ ਪਰਮੇਸ਼ਵਰ ਨੇ ਸਾਨੂੰ ਆਸ਼ੀਸ਼ ਦੇਣ ਲਈ ਠਹਿਰਾਇਆ ਹੈ ਉਹ ਸਬਤ ਦਾ ਦਿਨ ਹੈ। ਫਿਰ ਅੱਜ ਦੀ ਹਫ਼ਤਾਵਾਰੀ ਪ੍ਰਣਾਲੀ ਵਿੱਚ ਹਫ਼ਤੇ ਦੇ ਕਿਹੜੇ ਦਿਨ ਸਬਤ ਆਉਂਦਾ ਹੈ? ਅਜਿਹੇ ਚਰਚ ਹਨ ਜੋ ਐਤਵਾਰ ਦੀ ਆਰਾਧਨਾ ਕਰਦੇ ਹਨ ਅਤੇ ਇੱਕ ਚਰਚ ਹੈ ਜੋ ਸ਼ਨੀਵਾਰ ਨੂੰ ਸਬਤ ਮਨਾਉਂਦਾ ਹੈ। ਜੋ ਚਰਚ ਐਤਵਾਰ ਦੀ ਆਰਾਧਨਾ ਕਰਦੇ ਹਨ ਉਹ ਉਸ ਚਰਚ ਤੋਂ ਜ਼ਿਆਦਾ ਹਨ ਜੋ ਸਬਤ ਮਨਾਉਂਦਾ ਹੈ। ਲੋਕ ਕਹਿੰਦੇ ਹਨ ਕਿ ਐਤਵਾਰ ਚਰਚ ਜਾਣ ਦਾ ਦਿਨ ਨਹੀਂ ਹੈ, ਪਰ ਪਰਮੇਸ਼ਵਰ ਨੇ ਬਾਈਬਲ ਵਿੱਚ ਸਬਤ ਦੇ ਦਿਨ ਬਾਰੇ ਕੀ ਕਿਹਾ? ਪਰਮੇਸ਼ਵਰ ਨੇ ਕਿਹਾ ਸਬਤ ਦੇ ਦਿਨ ਨੂੰ ਚੇਤੇ ਰੱਖਣਾ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਪਰਮੇਸ਼ਵਰ ਨੇ 7ਵੇਂ ਦਿਨ ਨੂੰ ਪਵਿੱਤਰ ਠਹਿਰਾਇਆ ਅਤੇ ਸਾਨੂੰ ਆਸ਼ੀਸ਼ ਦੇਣ ਲਈ ਨਿਯੁਕਤ ਕੀਤਾ। ਜਦੋਂ ਅਸੀਂ ਉਹਨਾਂ ਨੂੰ ਇਹ ਦੱਸਦੇ ਹਾਂ
ਫਿਰ ਉਹ ਕਹਿੰਦੇ ਹਨ, ਇਹਦੇ ਵਿੱਚ ਕੀ ਵੱਡੀ ਗੱਲ ਹੈ ਕਿ ਅਸੀਂ ਐਤਵਾਰ ਨੂੰ ਜਾਂ ਸ਼ਨੀਵਾਰ ਨੂੰ ਪਰਮੇਸ਼ਰ ਦੀ ਆਰਾਧਨਾ ਕਰੀਏ। ਦਿਨ ਮਹੱਤਵਪੂਰਨ ਨਹੀਂ ਹੈ। ਜੇਕਰ ਦਿਨ ਮਹੱਤਵਪੂਰਨ ਨਾ ਹੁੰਦਾ ਤਦ ਪਰਮੇਸ਼ਰ ਨੇ 7ਵੇਂ ਦਿਨ ਨੂੰ ਕਿਉਂ ਨਿਯੁਕਤ ਕੀਤਾ ਹੈ ਅਤੇ ਸਾਨੂੰ ਉਸ ਦਿਨ ਨੂੰ ਚੇਤੇ ਰੱਖਣ ਲਈ ਵੀ ਕਿਉਂ ਕਿਹਾ ਹੈ? ਇਹ ਮਹੱਤਵਪੂਰਨ ਭਾਗ ਹੈ। ਇਸ ਮਾਮਲੇ ਨੂੰ ਵਧੀਆ ਢੰਗ ਨਾਲ ਸਮਝਣ ਲਈ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਕਾਇਨ ਅਤੇ ਹਾਬਲ ਦੁਆਰਾ ਚੜਾਈ ਗਈ ਭੇਟ ਦੁਆਰਾ ਪਰਮੇਸ਼ਰ ਨੇ ਸਾਨੂੰ ਕੀ ਸਿਖਾਇਆ ਹੈ। ਆਓ ਅਸੀਂ ਉਤਪਤ ਦੀ ਕਿਤਾਬ ਅਧਿਆਇ 4 ਵਚਨ 1 ਵਿੱਚ ਦੇਖੀਏ। ਤਦ ਆਦਮ ਨੇ ਆਪਣੀ ਤੀਵੀ ਹਵਾ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਕਾਇਨ ਨੂੰ ਜਣੀ। ਤਾਂ ਉਹਨੇ ਆਖਿਆ ਕਿ ਮੈਂ ਇੱਕ ਮਨੁੱਖ ਯਹੋਵਾ ਕੋਲੋਂ ਪ੍ਰਾਪਤ ਕੀਤਾ। ਫਿਰ ਉਹ ਉਸ ਦੇ ਭਰਾ ਹਾਬਲ ਨੂੰ ਜਣੀ, ਅਰ ਹਾਬਲ ਇੱਜੜਾਂ ਦਾ ਪਾਲੀ ਸੀ ਅਤੇ ਕਾਇਨ ਜ਼ਮੀਨ ਦਾ ਹਾਲੀ ਸੀ। ਕੁਝ ਦਿਨਾਂ ਦੇ ਮਗਰੋਂ ਇਹ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾ ਦੀ ਭੇਟ ਲਈ ਕੁਝ ਲੈ ਆਇਆ। ਹਾਬਲ ਵੀ ਇੱਜੜ ਦੇ ਪਹਿਲੋਠਿਆਂ ਔਰ ਉਹਨਾਂ ਦੀ ਚਰਬੀ ਤੋਂ ਕੁਝ ਲੈ ਆਇਆ ਅਤੇ ਯਹੋਵਾ ਨੇ ਹਾਬਲ ਨੂੰ ਔਰ ਉਹਦੀ ਭੇਟ ਨੂੰ ਪਸੰਦ ਕੀਤਾ, ਪਰ ਕਾਇਨ ਉਹਦੀ ਭੇਟ ਨੂੰ ਪਸੰਦ ਨਾ ਕੀਤਾ। ਸੋ ਕਾਇਨ ਬਹੁਤ ਕ੍ਰੋਧਵਾਨ ਹੋਇਆ ਔਰ ਉਹਦਾ ਮੂੰਹ ਉੱਤਰ ਗਿਆ। ਅਸੀਂ ਕਿਵੇਂ ਆਰਾਧਨਾ ਕਰਦੇ ਹਾਂ, ਇਸ ਸੰਬੰਧ ਵਿੱਚ ਇਹ ਇੱਕ ਬਹੁਤ ਹੀ ਮਹੱਤਵਪੂਰਨ ਕਹਾਣੀ ਹੈ। ਕਾਇਨ ਨੇ ਪਰਮੇਸ਼ਰ ਦੀ ਆਰਾਧਨਾ ਕੀਤੀ ਅਤੇ ਹਾਬਲ ਨੇ ਵੀ ਪਰਮੇਸ਼ਰ ਦੀ ਆਰਾਧਨਾ ਕੀਤੀ। ਹਾਲਾਂਕਿ ਪਰਮੇਸ਼ਰ ਨੇ ਸਿਰਫ ਹਾਬਲ ਦੀ ਆਰਾਧਨਾ ਨੂੰ ਸਵੀਕਾਰ ਕੀਤਾ, ਜਦਕਿ ਉਹਨਾਂ ਨੇ ਕਾਇਨ ਦੀ ਆਰਾਧਨਾ ਨੂੰ ਅਸਵੀਕਾਰ ਕਰ ਦਿੱਤਾ। ਅਜਿਹਾ ਇਸ ਲਈ ਸੀ ਕਿਉਂਕਿ ਕਾਇਨ ਦੀ ਭੇਟ ਵਿੱਚ ਕੁਝ ਗਲਤ ਸੀ। ਆਓ ਅਸੀਂ ਇਬਰਾਨੀਆਂ ਦੀ ਕਿਤਾਬ ਅਧਿਆਇ 11 ਵਿੱਚ ਇਸ ਦਾ ਜਵਾਬ ਲੱਭੀਏ। ਇਬਰਾਨੀਆਂ ਅਧਿਆਇ 11 ਵਚਨ 4। ਨੇਚਾ ਨਾਲ ਹਾਬਲ ਨੇ ਕਾਇਨ ਨਾਲੋਂ ਪਰਮੇਸ਼ਰ ਦੇ ਅੱਗੇ ਉੱਤਮ ਬਲੀਦਾਨ ਚੜਾਇਆ, ਜਿਸ ਕਰਕੇ ਇਹ ਸਾਖੀ ਦਿੱਤੀ ਗਈ ਪਈ ਉਹ ਧਰਮੀ ਹੈ, ਕਿਉਂ ਜੋ ਪਰਮੇਸ਼ਰ ਨੇ ਉਹਦੀਆਂ ਭੇਟਾਂ ਦੇ ਵਿਖੇ ਸਾਖੀ ਦਿੱਤੀ ਅਤੇ ਉਸ ਨੇਚਾ ਦੇ ਰਾਹੀਂ ਉਹ ਹੁਣ ਤਿੱਕਰ ਬੋਲਦਾ ਹੈ, ਭਾਵੇਂ ਉਹ ਮਰ ਗਿਆ। ਹਾਬਲ ਦੇ ਬਲੀਦਾਨ ਦੀ ਤੁਲਨਾ ਕਾਇਨ ਦੇ ਬਲੀਦਾਨ ਨਾਲ ਕਿਵੇਂ ਕੀਤੀ ਗਈ? ਪਰਮੇਸ਼ਰ ਨੂੰ ਸਹੀ ਬਲੀਦਾਨ ਚੜਾਉਣ ਦੁਆਰਾ ਉਸ ਦੇ ਧਰਮੀ ਹੋਣ ਦੀ ਗਵਾਹੀ ਵੀ ਦਿੱਤੀ ਗਈ। ਪੁਰਾਣੇ ਨਿਯਮ ਵਿੱਚ ਕੀਤੇ ਗਏ ਬਲੀਦਾਨ ਨਵੇਂ ਨਿਯਮ ਵਿੱਚ ਆਰਾਧਨਾ ਦੇ ਵਿਸ਼ੇ ਨਾਲ ਸੰਬੰਧਿਤ ਹਨ। ਪਰਮੇਸ਼ਰ ਨੇ ਕਾਇਨ ਦੀ ਭੇਟ ਨੂੰ ਠੁਕਰਾ ਦਿੱਤਾ, ਪਰ ਹਾਬਲ ਦੀ ਭੇਟ ਨੂੰ ਸਵੀਕਾਰ ਕੀਤਾ। ਇੱਕ ਆਰਾਧਨਾ ਹੈ ਜਿਸ ਨੂੰ ਪਰਮੇਸ਼ਰ ਸਵੀਕਾਰ ਕਰਦੇ ਹਨ ਅਤੇ ਅਜਿਹੀ ਵੀ ਆਰਾਧਨਾ ਹੈ ਜਿਸ ਨੂੰ ਪਰਮੇਸ਼ਰ ਅਸਵੀਕਾਰ ਕਰਦੇ ਹਨ। ਇਸ ਸੰਬੰਧ ਵਿੱਚ ਸਾਨੂੰ ਇਸ ਮਾਮਲੇ ਦੀ ਇੱਕ ਵਾਰ ਫਿਰ ਤੋਂ ਵਿਸਥਾਰ ਨਾਲ ਜਾਂਚ ਕਰਨ ਦੀ ਲੋੜ ਹੈ। ਇੱਥੇ ਲਿਖਿਆ ਹੈ, ਪਰਮੇਸ਼ਰ ਨੇ ਉਸ ਦੀ ਭੇਟ ਬਾਰੇ ਗਵਾਹੀ ਦਿੱਤੀ। ਕਿਉਂਕਿ ਹਾਬਲ ਇੱਜੜ ਦਾ ਅਯਾਲੀ ਸੀ, ਤਦ ਉਸਨੇ ਆਪਣੇ ਇੱਜੜ ਦੇ ਪਹਿਲੋਠਿਆਂ ਦੀ ਚਰਬੀ ਦੀ ਭੇਟ ਚੜਾਈ ਅਤੇ ਕਾਇਨ ਨੇ ਪਰਮੇਸ਼ਰ ਨੂੰ ਜ਼ਮੀਨ ਦੇ ਫਲ ਚੜਾਏ। ਇਬਰਾਨੀਆਂ ਅਧਿਆਇ 9 ਵਚਨ 22 ਵਿੱਚ ਅਸੀਂ ਇਸ ਦਾ ਕਾਰਨ ਦੇਖ ਸਕਦੇ ਹਾਂ ਕਿ ਕਿਉਂ ਪਰਮੇਸ਼ਰ ਨੇ ਹਾਬਲ ਦੀ ਭੇਟ ਨੂੰ ਸਵੀਕਾਰ ਕੀਤਾ ਅਤੇ ਕਾਇਨ ਦੀ ਭੇਟ ਨੂੰ ਅਸਵੀਕਾਰ ਕਰ ਦਿੱਤਾ। ਅਤੇ ਸ਼ਰਾਂ ਦੇ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾਂ ਲਹੂ ਵਹਾਏ ਮਾਫੀ ਹੁੰਦੀ ਹੀ ਨਹੀਂ। ਹਾਬਲ ਦਾ ਬਲੀਦਾਨ ਲਹੂ ਨਾਲ ਚੜਾਇਆ ਹੋਇਆ ਬਲੀਦਾਨ ਸੀ ਅਤੇ ਕਾਇਨ ਦਾ ਬਲੀਦਾਨ ਬਿਨਾਂ ਲਹੂ ਵਹਾਇਆ ਹੋਇਆ ਬਲੀਦਾਨ ਸੀ। ਕਿ ਕਾਇਨ ਆਦਮ ਦਾ, ਜਿਸ ਨੂੰ ਅਦਨ ਦੇ ਬਾਗ ਤੋਂ ਕੱਢ ਦਿੱਤਾ ਗਿਆ ਸੀ, ਪਹਿਲੋਠਾ ਪੁੱਤਰ ਅਤੇ ਹਾਬਲ ਉਸ ਦਾ ਦੂਸਰਾ ਪੁੱਤਰ ਨਹੀਂ ਸੀ, ਕਿਉਂਕਿ ਪਾਪਾਂ ਦੀ ਮਾਫੀ ਬਿਨਾਂ ਲਹੂ ਵਹਾਏ ਕਦੇ ਨਹੀਂ ਦਿੱਤੀ ਜਾ ਸਕਦੀ ਅਤੇ ਗੁਆਚੇ ਹੋਏ ਸਵਰਗ ਨੂੰ ਪਾਪਾਂ ਦੀ ਮਾਫੀ ਤੋਂ ਬਿਨਾਂ ਬਹਾਲ ਨਹੀਂ ਕੀਤਾ ਜਾ ਸਕਦਾ। ਫਿਰ ਪਰਮੇਸ਼ਰ ਨੇ ਆਦਮ ਦੇ ਦੋਨਾਂ ਪੁੱਤਰਾਂ ਨੂੰ ਲਹੂ ਨਾਲ ਬਲੀਦਾਨ ਚੜਾਉਣ ਦਾ ਨਿਰਦੇਸ਼ ਦਿੱਤਾ ਸੀ। ਹਾਬਲ ਨੇ ਆਗਿਆਕਾਰੀ ਦਿਲ ਤੋਂ ਇਸ ਨੂੰ ਸਵੀਕਾਰ ਕੀਤਾ ਤੇ ਪਰਮੇਸ਼ਰ ਨੂੰ ਲਹੂ ਨਾਲ ਬਲੀਦਾਨ ਚੜਾਇਆ, ਪਰ ਕਾਇਨ ਨੇ ਖੁਦ ਦੀ ਰਾਏ ਦਾ ਪਾਲਣ ਕਰਦੇ ਹੋਏ ਪਰਮੇਸ਼ਰ ਨੂੰ ਭੂਮੀ ਦੇ ਫਲਾਂ ਨਾਲ ਇੱਕ ਬਲੀਦਾਨ ਚੜਾਇਆ। ਇਸ ਲਈ ਪਰਮੇਸ਼ਰ ਨੇ ਹਾਬਲ ਦੇ ਬਲੀਦਾਨ ਨੂੰ ਸਵੀਕਾਰ ਕੀਤਾ ਅਤੇ ਕਾਇਨ ਦੀ ਭੇਟ ਨੂੰ ਅਸਵੀਕਾਰ ਕੀਤਾ। ਅੱਜ ਕਈ ਚਰਚ ਜੋ ਸਮੁੰਦਰ ਦੇ ਕਿਨਾਰੇ ਦੀ ਰੇਤ ਵਾਂਗ ਹਨ, ਪਰਮੇਸ਼ਰ ਦੀ ਆਰਾਧਨਾ ਕਰਨ ਦਾ ਦਾਅਵਾ ਕਰਦੇ ਹਨ, ਪਰ ਪਰਮੇਸ਼ਰ ਨੇ ਸਬਤ ਦੇ ਦਿਨ ਨੂੰ ਨਿਯੁਕਤ ਕੀਤਾ। ਪਰਮੇਸ਼ਰ ਨੇ ਕੋਈ ਹੋਰ ਦਿਨ ਨਿਯੁਕਤ ਨਹੀਂ ਕੀਤਾ। ਫਿਰ ਕੀ ਸਾਨੂੰ ਉਹ ਨਹੀਂ ਬਣਨਾ ਚਾਹੀਦਾ ਜੋ ਸਬਤ ਦੇ ਦਿਨ ਨੂੰ ਸਹੀ ਤਰ੍ਹਾਂ ਲੱਭ ਕੇ ਉਸ ਦਾ ਪਾਲਣ ਕਰਦੇ ਹਨ? ਆਓ ਅਸੀਂ ਲੇਵੀਆਂ ਅਧਿਆਇ 10 ਵਚਨ 1 ਨਾਲ ਪਰਮੇਸ਼ਰ ਦਾ ਵਚਨ ਪੜ੍ਹੀਏ। ਹਾਰੂਨ ਦੇ ਪੁੱਤਰਾਂ ਨਾਦਾਬ ਅਰ ਅਬੀਹੂ ਨੇ ਆਪੋ ਆਪਣੀ ਧੂਪਦਾਨੀ ਲੈ ਕੇ ਉਸ ਦੇ ਵਿੱਚ ਅੱਗ ਧਰੀ ਅਤੇ ਉਸ ਦੇ ਉੱਤੇ ਧੁੱਪ ਪਾ ਕੇ ਯਹੋਵਾ ਦੇ ਅੱਗੇ ਉਪਰਾ ਧੁੱਪ ਤੁਖਾਇਆ, ਜਿਸ ਤੋਂ ਉਸ ਨੇ ਵਰਜਿਆ ਸੀ। ਵਚਨ 2,
ਅਤੇ ਯਹੋਵਾ ਦੇ ਅੱਗੇ ਇੱਕ ਅੱਗ ਨਿਕਲ ਕੇ ਉਹਨਾਂ ਨੂੰ ਭਸਮ ਕਰ ਗਈ ਅਤੇ ਉਹ ਯਹੋਵਾ ਦੇ ਅੱਗੇ ਮਰ ਗਏ। ਹਾਰੂਨ ਦਾ ਪਰਿਵਾਰ ਜਾਜਕਾਂ ਦਾ ਪਰਿਵਾਰ ਸੀ। ਜਦੋਂ ਹਾਰੂਨ ਦੇ ਪੁੱਤਰ ਨਾਦਾਬ ਅਤੇ ਅਬੀਹੂ ਨੇ, ਜੋ ਜਾਜਕ ਸੀ, ਉਸ ਅੱਗ ਤੋਂ, ਜਿਸ ਦਾ ਹੁਕਮ ਪਰਮੇਸ਼ਵਰ ਨੇ ਨਹੀਂ ਦਿੱਤਾ ਸੀ, ਪਰਮੇਸ਼ਵਰ ਦੇ ਅੱਗੇ ਧੁੱਪ ਧੁਖਾਏ ਤੰਬੂ ਵਿੱਚ ਆਏ, ਫਿਰ ਪਰਮੇਸ਼ਵਰ ਦੇ ਸਾਹਮਣੇੋਂ ਅੱਗ ਨਿਕਲੀ ਅਤੇ ਉਹਨਾਂ ਦੋਨਾਂ ਨੂੰ ਭਸਮ ਕਰ ਦਿੱਤਾ। ਇਸ ਕਾਰਨ ਉਹ ਯਹੋਵਾ ਦੇ ਸਾਹਮਣੇ ਮਰ ਗਏ। ਇਹ ਸਪਸ਼ਟ ਰੂਪ ਨਾਲ ਦਿਖਾਉਂਦਾ ਹੈ ਕਿ ਆਰਾਧਨਾ ਜੋ ਪਰਮੇਸ਼ਵਰ ਦੇ ਨਿਯਮਾਂ, ਵਿਧੀਆਂ ਅਤੇ ਵਿਵਸਥਾਵਾਂ ਦਾ ਪਾਲਣ ਨਾ ਕਰਦੇ ਹੋਏ ਕੀਤੀ ਜਾਂਦੀ ਹੈ, ਉਹ ਪਰਮੇਸ਼ਵਰ ਦੁਆਰਾ ਸਵੀਕਾਰ ਨਹੀਂ ਕੀਤੀ ਜਾਵੇਗੀ। ਅਤੇ ਜਦੋਂ ਵੀ ਜਾਜਕ ਧੂਪਦਾਨਾਂ ਵਿੱਚ ਅੱਗ ਪਾ ਕੇ ਮਿਲਾਪ ਵਾਲੇ ਤੰਬੂ ਵਿੱਚ ਦਾਖਲ ਹੋਣ, ਉਦੋਂ ਉਹ ਹੋਮ ਬਲੀ ਦੀ ਜਗਵੇਦੀ ਦੀ ਅੱਗ ਵਿੱਚੋਂ ਹੋਣੀ ਚਾਹੀਦੀ ਹੈ। ਹਾਲਾਂਕਿ ਨਾਦਾਬ ਅਤੇ ਅਬੀਹੂ ਨੇ ਜੋ ਅੱਗ ਅੰਦਰ ਪਾਈ, ਉਹ ਹੋਮ ਬਲੀ ਦੀ ਜਗਵੇਦੀ ਦੀ ਅੱਗ ਨਹੀਂ ਸੀ। ਇਹ ਸੋਚਦੇ ਹੋਏ ਕਿ ਇਹ ਵੈਸੇ ਹੀ ਅੱਗ ਹੈ, ਇਸ ਵਿੱਚ ਕਿਹੜੀ ਵੱਡੀ ਗੱਲ ਹੈ, ਉਹ ਦੂਸਰੀ ਜਗ੍ਹਾ ਤੋਂ ਅੱਗ ਲੈ ਕੇ ਤੰਬੂ ਵਿੱਚ ਦਾਖਲ ਹੋਏ। ਨਤੀਜੇ ਵਜੋਂ ਅੱਗ ਨਿਕਲੀ ਅਤੇ ਉਹਨਾਂ ਨੂੰ ਭਸਮ ਕਰ ਦਿੱਤਾ। ਆਓ ਅਸੀਂ ਲੇਵੀਆਂ ਦੀ ਕਿਤਾਬ ਅਧਿਆਇ 16 ਵਚਨ 12 ਪੜ੍ਹੀਏ। ਅਤੇ ਉਹ ਜਗਵੇਦੀ, ਮਤਲਬ ਹੋਮ ਬਲੀ ਦੀ ਜਗਵੇਦੀ ਦੇ ਉੱਤੋਂ ਅੱਗ ਦੇ ਕੋਲਿਆਂ ਨਾਲ ਧੂਪਦਾਨੀ ਨੂੰ ਭਰ ਕੇ ਅਤੇ ਮਹੀਨ ਕੁੱਟੇ ਹੋਏ ਅਸੁਗੰਧ ਨਾਲ ਹੱਥ ਭਰ ਕੇ ਉਸ ਨੂੰ ਪਰਦੇ ਦੇ ਅੰਦਰ ਲੈ ਆਵੇ। ਜਦੋਂ ਵੀ ਕੋਈ ਜਾਜਕ ਮੰਡਲੀ ਦੇ ਤੰਬੂ ਵਿੱਚ ਪ੍ਰਵੇਸ਼ ਕਰਦਾ, ਉਦੋਂ ਉਹਨਾਂ ਨੂੰ ਹੋਮ ਬਲੀ ਦੀ ਜਗਵੇਦੀ ਵਿੱਚੋਂ ਅੱਗ ਲਿਆਉਣੀ ਹੁੰਦੀ ਸੀ। ਉਹ ਧੁੱਪ ਧੁਖਾਉਣ ਵਰਗੀਆਂ ਭਿੰਨ-ਭਿੰਨ ਰਸਮਾਂ ਕਰਦੇ ਸੀ। ਆਓ ਅਸੀਂ ਗਿਣਤੀ ਦੀ ਕਿਤਾਬ ਅਧਿਆਇ 16 ਵਚਨ 42 ਵਿੱਚ ਪਰਮੇਸ਼ਵਰ ਦਾ ਵਚਨ ਪੜ੍ਹੀਏ। ਫਿਰ ਇਹ ਹੋਇਆ ਕਿ ਜਦ ਮੰਡਲੀ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਇਕੱਠੀ ਹੋਈ, ਤਾਂ ਉਹਨਾਂ ਨੇ ਮੰਡਲੀ ਦੇ ਤੰਬੂ ਵੱਲ ਨਿਗਾਹ ਮਾਰੀ ਅਤੇ ਵੇਖੋ, ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਯਹੋਵਾ ਦਾ ਪ੍ਰਤਾਪ ਪ੍ਰਗਟ ਹੋਇਆ। ਤਾਂ ਮੂਸਾ ਅਤੇ ਹਾਰੂਨ ਮੰਡਲੀ ਦੇ ਤੰਬੂ ਅੱਗੇ ਗਏ। ਫਿਰ ਯਹੋਵਾ ਮੂਸਾ ਨੂੰ ਬੋਲਿਆ, ਇਸ ਮੰਡਲੀ ਵਿੱਚੋਂ ਨਿਕਲ ਜਾਓ, ਤਾਂ ਜੋ ਮੈਂ ਇਹਨਾਂ ਨੂੰ ਇੱਕ ਅੱਖ ਦੇ ਫੋਰ ਵਿੱਚ ਪੱਖ ਲਵਾਂ। ਤਦ ਉਹ ਮੂੰਹ ਦੇ ਭਾਰ ਡਿੱਗੇ। ਅਤੇ ਮੂਸਾ ਨੇ ਹਾਰੂਨ ਨੂੰ ਆਖਿਆ, ਆਪਣਾ ਧੂਪਦਾਨ ਲੈ ਕੇ ਉਸ ਉੱਤੇ ਜਗਵੇਦੀ ਦੀ ਅੱਗ ਪਾ ਅਤੇ ਧੁੱਪ ਪਾ। ਇੱਥੇ ਜਗਵੇਦੀ ਦਾ ਮਤਲਬ ਹੈ ਹੋਮ ਬਲੀ ਦੀ ਜਗਵੇਦੀ। ਆਪਣਾ ਧੂਪਦਾਨ ਲੈ ਕੇ ਉਸ ਉੱਤੇ ਜਗਵੇਦੀ ਦੀ ਅੱਗ ਪਾ ਕੇ ਅਤੇ ਧੁੱਪ ਪਾ ਕੇ ਛੇਤੀ ਨਾਲ ਮੰਡਲੀ ਕੋਲ ਲੈ ਜਾ ਅਤੇ ਉਹਨਾਂ ਲਈ ਪ੍ਰਾਇਚਿਤ ਕਰ, ਕਿਉਂਕਿ ਜੋ ਯਹੋਵਾ ਵੱਲੋਂ ਕ੍ਰੋਧ ਨਿਕਲਿਆ ਹੈ, ਉਹ ਬਵਾ ਤੁਰ ਪਈ ਹੈ। ਲੇਵੀਆਂ ਦੀ ਪੋਥੀ ਅਧਿਆਇ 16 ਵਚਨ 12 ਅਤੇ ਗਿਣਤੀ ਦੀ ਕਿਤਾਬ ਅਧਿਆਇ 16 ਵਚਨ 46 ਵਿੱਚ ਪਰਮੇਸ਼ਵਰ ਦੇ ਵਚਨਾਂ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਇੱਕ ਸਪਸ਼ਟ ਰੂਪ ਨਾਲ ਨਿਯਮ ਸੀ ਕਿ ਜਾਜਕ ਨੂੰ ਪਰਮੇਸ਼ਵਰ ਦੇ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਣ ਵਾਲੇ ਹੋਮ ਬਲੀ ਦੀ ਜਗਵੇਦੀ ਤੋਂ ਅੱਗ ਲਿਆਉਣੀ ਚਾਹੀਦੀ ਹੈ। ਹਾਲਾਂਕਿ ਲੇਵੀਆਂ ਦੀ ਪੋਥੀ ਅਧਿਆਇ 10 ਵਿੱਚ ਨਾਦਾਬ ਅਤੇ ਅਬੀਹੂ ਪਰਮੇਸ਼ਵਰ ਸਾਹਮਣੇ ਉਹ ਅੱਗ ਲਿਆਏ, ਜਿਸ ਦਾ ਹੁਕਮ ਪਰਮੇਸ਼ਵਰ ਨੇ ਨਹੀਂ ਸੀ ਦਿੱਤਾ। ਇਸ ਤਰ੍ਹਾਂ ਉਹਨਾਂ ਦਾ ਆਰਾਧਨਾ ਕਰਨ ਦਾ ਤਰੀਕਾ ਗਲਤ ਸੀ। ਇਹ ਉਹ ਤਰੀਕਾ ਨਹੀਂ ਸੀ ਜਿਸ ਦੀ ਪਰਮੇਸ਼ਵਰ ਨੇ ਉਹਨਾਂ ਨੂੰ ਹਦਾਇਤ ਦਿੱਤੀ ਸੀ। ਅੱਜ ਮੈਂ ਇਹਨਾਂ ਵਚਨਾਂ ਨੂੰ ਇਹ ਸਮਝਾਉਣ ਲਈ ਦੱਸ ਰਿਹਾ ਹਾਂ ਕਿ ਆਰਾਧਨਾ ਦਾ ਦਿਨ ਅਤੇ ਆਰਾਧਨਾ ਦੇ ਨਿਯਮ, ਜਿਸ ਦਾ ਹੁਕਮ ਪਰਮੇਸ਼ਵਰ ਨੇ ਦਿੱਤਾ ਹੈ, ਇੰਨੇ ਜ਼ਿਆਦਾ ਕੀਮਤੀ ਹਨ। ਨਾਦਾਬ ਅਤੇ ਅਬੀਹੂ ਨੂੰ ਅਸੀਂ ਅਜਿਹੇ ਪਾਦਰੀ ਕਹਿ ਸਕਦੇ ਹਾਂ ਜੋ ਅੱਜ ਇੱਕ ਸੇਵਕਾਈ ਕਰਦੇ ਹਨ। ਕਿ ਹਾਰੂਨ ਦਾ ਪਰਿਵਾਰ ਇੱਕ ਸਾਧਾਰਨ ਪਰਿਵਾਰ ਸੀ? ਕਿ ਉਸ ਦਾ ਪਰਿਵਾਰ ਜਾਜਕਾਂ ਦਾ ਪਰਿਵਾਰ ਨਹੀਂ ਸੀ, ਜਿਸ ਨੂੰ ਪਰਮੇਸ਼ਵਰ ਨੇ ਉਸ ਦੀ ਸੁੱਕੀ ਹੋਈ ਸੋਟੀ ਨੂੰ ਪੁੰਗਰਾ ਕੇ ਚੁਣਿਆ ਸੀ? ਭਾਵੇਂ ਉਹਨਾਂ ਦਾ ਪਰਿਵਾਰ ਇੰਨਾ ਮਹਾਨ ਪਰਿਵਾਰ ਸੀ, ਫਿਰ ਵੀ ਪਰਮੇਸ਼ਵਰ ਨੇ ਉਹਨਾਂ ਨੂੰ ਨਸ਼ਟ ਕਰ ਦਿੱਤਾ, ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਸੀ। ਫਿਰ ਸਬਤ ਦੇ ਦਿਨ ਬਾਰੇ ਕੀ, ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ? ਕੁਝ ਲੋਕ ਕਹਿੰਦੇ ਹਨ ਅਜਿਹੇ ਚਰਚ ਹਨ ਜੋ ਐਤਵਾਰ ਮਨਾਉਂਦੇ ਹਨ ਅਤੇ ਇੱਕ ਚਰਚ ਹੈ ਜੋ ਸ਼ਨੀਵਾਰ ਮਨਾਉਂਦਾ ਹੈ। ਅਸੀਂ ਕਿਸ ਦਿਨ ਆਰਾਧਨਾ ਕਰਦੇ ਹਾਂ ਉਹ ਇੰਨਾ ਮਹੱਤਵਪੂਰਨ ਨਹੀਂ ਹੈ, ਪਰ ਬਾਈਬਲ ਅਤੇ ਪਰਮੇਸ਼ਵਰ ਆਰਾਧਨਾ ਦੇ ਦਿਨ ਨੂੰ ਬਹੁਤ ਕੀਮਤੀ ਮੰਨਦੇ ਹਨ। ਫਿਰ ਕੀ ਸਾਨੂੰ ਵੀ ਇਸ ਨੂੰ ਮਹੱਤਵਪੂਰਨ ਮੰਨਣ ਦਾ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ? ਪਰਮੇਸ਼ਵਰ ਨੇ 7ਵੇਂ ਦਿਨ ਨੂੰ ਸਬਤ ਦੇ ਦਿਨ ਦੇ ਰੂਪ ਵਿੱਚ ਨਿਯੁਕਤ ਕੀਤਾ। ਫਿਰ ਆਧੁਨਿਕ ਸਮੇਂ ਵਿੱਚ ਹਫ਼ਤੇ ਦਾ ਕਿਹੜਾ ਦਿਨ 7ਵਾਂ ਦਿਨ ਹੈ? ਅਸੀਂ ਇਸ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ ਜਦੋਂ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਵਰਤੋਂ ਕੀਤੇ ਜਾਣ ਵਾਲੇ ਕੈਲੰਡਰ ਉੱਤੇ ਇੱਕ ਨਜ਼ਰ ਪਾਈਏ।
ਕੈਲੰਡਰ ਵਿੱਚ ਕਰਮ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਹੈ। ਪਹਿਲੀ ਲਾਈਨ ਵਿੱਚ ਕਿਹੜਾ ਦਿਨ ਆਉਂਦਾ ਹੈ? ਐਤਵਾਰ ਆਉਂਦਾ ਹੈ। ਆਖਰੀ ਲਾਈਨ ਦੇ ਬਾਰੇ ਕੀ? ਸ਼ਨੀਵਾਰ ਆਖਰੀ ਲਾਈਨ ਵਿੱਚ ਆਉਂਦਾ ਹੈ। ਕੈਲੰਡਰ ਵਿੱਚ ਹਫ਼ਤੇ ਦਾ ਪਹਿਲਾ ਦਿਨ ਐਤਵਾਰ ਹੈ ਅਤੇ ਹਫ਼ਤੇ ਦਾ 7ਵਾਂ ਦਿਨ ਸ਼ਨੀਵਾਰ ਹੈ। ਕੁਝ ਲੋਕ ਪੁੱਛ ਸਕਦੇ ਹਨ ਕਿ ਇਹ ਦੂਸਰੇ ਦੇਸ਼ਾਂ ਨਾਲੋਂ ਵੱਖਰਾ ਨਹੀਂ ਹੈ? ਐਤਵਾਰ ਹਫ਼ਤੇ ਦਾ ਪਹਿਲਾ ਦਿਨ ਹੈ। ਇਹ ਲੋਕਾਂ ਦੁਆਰਾ ਬੇਤਰਤੀਬੇ ਢੰਗ ਨਾਲ ਨਹੀਂ ਬਣਾਇਆ ਗਿਆ ਸੀ, ਪਰ ਹਫ਼ਤਾਵਾਰੀ ਪ੍ਰਣਾਲੀ ਦਾ ਇੱਕ ਮੂਲ ਹੈ। ਮੂਲ ਰੂਪ ਨਾਲ ਬਾਈਬਲ ਦਿਨਾਂ ਨੂੰ ਪਹਿਲਾ ਦਿਨ, ਦੂਸਰਾ ਦਿਨ, ਤੀਸਰਾ ਦਿਨ, ਚੌਥਾ ਦਿਨ, ਪੰਜਵਾਂ ਦਿਨ, 6ਵਾਂ ਦਿਨ, 7ਵਾਂ ਦਿਨ ਕਹਿੰਦੀ ਹੈ, ਪਰ ਬਾਅਦ ਦੇ ਸਮਿਆਂ ਵਿੱਚ ਉਹਨਾਂ ਨੂੰ ਦਿਨਾਂ ਦੇ ਨਾਮ ਦਿੱਤੇ ਗਏ ਸੀ। ਇਸ ਤਰ੍ਹਾਂ ਪਹਿਲੇ ਦਿਨ ਨੂੰ ਐਤਵਾਰ ਅਤੇ 7ਵੇਂ ਦਿਨ ਨੂੰ ਸ਼ਨੀਵਾਰ ਦਾ ਨਾਮ ਦਿੱਤਾ ਗਿਆ। ਅੱਜ ਦੀ ਹਫ਼ਤਾਵਾਰੀ ਪ੍ਰਣਾਲੀ ਵਿੱਚ ਬਾਈਬਲ ਵਿੱਚ 7ਵਾਂ ਦਿਨ ਸ਼ਨੀਵਾਰ ਹੈ। ਇਹ ਬਿਲਕੁਲ ਵੀ ਐਤਵਾਰ ਨਹੀਂ ਹੈ। ਡਿਕਸ਼ਨਰੀ ਵੀ ਪਰਿਭਾਸ਼ਿਤ ਕਰਦੀ ਹੈ ਕਿ ਐਤਵਾਰ ਹਫ਼ਤੇ ਦਾ ਪਹਿਲਾ ਦਿਨ ਹੈ ਅਤੇ ਸ਼ਨੀਵਾਰ ਹਫ਼ਤੇ ਦਾ 7ਵਾਂ ਦਿਨ ਹੈ। ਅੰਗਰੇਜ਼ੀ ਡਿਕਸ਼ਨਰੀ ਵਿੱਚ ਐਤਵਾਰ ਨੂੰ ਹਫ਼ਤੇ ਦੇ ਪਹਿਲੇ ਦਿਨ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਸ਼ਨੀਵਾਰ ਨੂੰ ਹਫ਼ਤੇ ਦੇ 7ਵੇਂ ਦਿਨ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਕੁਝ ਲੋਕ ਪੁੱਛ ਸਕਦੇ ਹਨ, ਇਹ ਸਾਰੀਆਂ ਚੀਜ਼ਾਂ ਮਨੁੱਖਾਂ ਦੁਆਰਾ ਬਣਾਈਆਂ ਗਈਆਂ ਹਨ। ਕੀ ਤੁਸੀਂ ਮੈਨੂੰ ਦਿਖਾ ਸਕਦੇ ਹੋ ਕਿ ਬਾਈਬਲ 7ਵੇਂ ਦਿਨ ਬਾਰੇ ਕੀ ਦੱਸਦੀ ਹੈ? ਹਾਂਜੀ, ਅਸੀਂ ਦਿਖਾ ਸਕਦੇ ਹਾਂ। ਆਓ ਅਸੀਂ ਇਸ ਦੀ ਪੁਸ਼ਟੀ ਕਰੀਏ। ਆਓ ਅਸੀਂ ਮਰਕੁਸ ਅਧਿਆਇ 16 ਵਚਨ 1 ਵਿੱਚ ਪਰਮੇਸ਼ਵਰ ਦਾ ਵਚਨ ਪੜ੍ਹੀਏ। ਜਾਂ ਸਬਤ ਦਾ ਦਿਨ ਬੀਤ ਗਿਆ। ਸਬਤ ਦਾ ਦਿਨ ਕਿਹੜਾ ਦਿਨ ਹੈ? ਜਦੋਂ 7ਵਾਂ ਦਿਨ ਬੀਤ ਗਿਆ। ਹਫ਼ਤਾਵਾਰੀ ਪ੍ਰਣਾਲੀ ਦੇ ਅਨੁਸਾਰ ਇੱਕ ਹਫ਼ਤੇ ਵਿੱਚ 7 ਦਿਨ ਹੁੰਦੇ ਹਨ, ਇਸ ਲਈ 7ਵੇਂ ਦਿਨ ਤੋਂ ਬਾਅਦ ਇਹ ਪਹਿਲੇ ਦਿਨ ਤੇ ਵਾਪਸ ਜਾਂਦਾ ਹੈ। ਕਰਮ ਪਹਿਲਾ ਦਿਨ, ਦੂਸਰਾ ਦਿਨ, ਤੀਸਰਾ ਦਿਨ, ਚੌਥਾ ਦਿਨ, ਪੰਜਵਾਂ ਦਿਨ, 6ਵਾਂ ਦਿਨ ਅਤੇ 7ਵਾਂ ਦਿਨ ਹੈ ਅਤੇ ਫਿਰ ਕੀ ਉਹ ਦਿਨ ਦੁਬਾਰਾ ਨਹੀਂ ਆਉਂਦੇ? ਆਓ ਅਸੀਂ ਫਿਰ ਤੋਂ ਅਧਿਆਇ 16 ਵਚਨ 1 ਪੜ੍ਹੀਏ। ਜਾਂ ਸਬਤ ਦਾ ਦਿਨ ਬੀਤ ਗਿਆ। ਦੂਸਰੇ ਸ਼ਬਦਾਂ ਵਿੱਚ ਜਦੋਂ 7ਵਾਂ ਦਿਨ ਬੀਤ ਗਿਆ ਤਾਂ ਮਰੀਅਮ ਮਗਦਲੀਨੀ ਅਰ ਯਾਕੂਬ ਦੀ ਮਾਤਾ ਮਰੀਅਮ ਅਰ ਸਲੋਮੀ ਨੇ ਸੁਗੰਧਾਂ ਮੁੱਲ ਲਈਆਂ, ਭਈ ਜਾ ਕੇ ਉਸ ਉੱਤੇ ਮਲਣ। ਅਤੇ ਹਫ਼ਤੇ ਦੇ ਪਹਿਲੇ ਦਿਨ ਬਹੁਤ ਤੜਕੇ ਸੂਰਜ ਚੜ੍ਹਦੇ ਹੀ ਉਹ ਕਬਰ ਉੱਤੇ ਆਈਆਂ ਅਤੇ ਆਪੋ ਵਿੱਚ ਕਹਿਣ ਲੱਗੀਆਂ, ਜੋ ਸਾਡੇ ਲਈ ਪੱਥਰ ਨੂੰ ਕਬਰ ਦੇ ਮੂੰਹੋਂ ਕੌਣ ਰੇੜ ਕੇ ਲਾਂਬੇ ਕਰੂ? ਜਾਂ ਉਹਨਾਂ ਨੇ ਨਿਗਾਹ ਕੀਤੀ ਤਾਂ ਵੇਖਿਆ ਜੋ ਪੱਥਰ ਲਾਂਬੇ ਰੇੜਿਆ ਪਿਆ ਹੈ, ਕਿਉਂ ਜੋ ਉਹ ਬਹੁਤ ਭਾਰਾ ਸੀ। ਇਹ ਉਹ ਦ੍ਰਿਸ਼ ਹੈ ਜੋ ਦਿਖਾਉਂਦਾ ਹੈ ਕਿ ਯਿਸੂ ਕਿਵੇਂ ਮਰਿਆ ਹੋਇਆ ਵਿੱਚੋਂ ਜੀ ਉੱਠੇ। ਆਓ ਅਸੀਂ ਵਚਨ 9 ਵਿੱਚ ਜਾਈਏ ਅਤੇ ਦੇਖੀਏ ਕਿ ਬਾਈਬਲ ਉਸ ਦਿਨ ਨੂੰ ਕਿਵੇਂ ਪ੍ਰਗਟ ਕਰਦੀ ਹੈ ਜਿਸ ਦਿਨ ਯਿਸੂ ਦਾ ਜੀ ਉੱਠਣਾ ਹੋਇਆ ਸੀ। ਹਫ਼ਤੇ ਦੇ ਪਹਿਲੇ ਦਿਨ ਤੜਕੇ ਉਹਨੇ ਤੜਕੇ ਜੀ ਉੱਠ ਕੇ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਹਫ਼ਤੇ ਦੇ ਪਹਿਲੇ ਦਿਨ ਯਿਸੂ ਦਾ ਜੀ ਉੱਠਣਾ ਹੋਇਆ ਸੀ? 7 ਦਿਨਾਂ ਵਿੱਚੋਂ ਕਿਹੜੇ ਦਿਨ ਯਿਸੂ ਦਾ ਜੀ ਉੱਠਣਾ ਹੋਇਆ ਸੀ? ਹਫ਼ਤੇ ਦੇ ਪਹਿਲੇ ਦਿਨ ਉਹਨਾਂ ਦਾ ਜੀ ਉੱਠਣਾ ਹੋਇਆ ਸੀ। ਬਾਈਬਲ ਵਿੱਚ ਸਪਸ਼ਟ ਰੂਪ ਨਾਲ ਲਿਖਿਆ ਗਿਆ ਹੈ, ਯਿਸੂ ਹਫ਼ਤੇ ਦੇ ਪਹਿਲੇ ਦਿਨ ਜੀ ਉੱਠੇ। ਹਫ਼ਤੇ ਦੇ ਪਹਿਲੇ ਦਿਨ ਉਹਨੇ ਤੜਕੇ ਜੀ ਉੱਠ ਕੇ ਪਹਿਲਾਂ ਮਰੀਅਮ ਮਗਦਲੀਨੀ ਨੂੰ, ਜਿਹਦੇ ਵਿੱਚੋਂ ਉਹਨੇ 7 ਭੂਤ ਕੱਢੇ ਸਨ, ਵਿਖਾਲੀ ਦਿੱਤੀ। ਪਹਿਲੇ ਦਿਨ ਯਿਸੂ ਦਾ ਜੀ ਉੱਠਣਾ ਹੋਇਆ ਸੀ। 7ਵੇਂ ਦਿਨ ਉਹਨਾਂ ਦਾ ਜੀ ਉੱਠਣਾ ਨਹੀਂ ਸੀ ਹੋਇਆ। ਅੱਜ ਇਹ ਸਧਾਰਨ ਗਿਆਨ ਹੈ ਕਿ ਐਤਵਾਰ ਦੇ ਦਿਨ ਯਿਸੂ ਦਾ ਜੀ ਉੱਠਣਾ ਹੋਇਆ ਸੀ। ਫਿਰ ਜੇਕਰ ਹਫ਼ਤੇ ਦਾ ਪਹਿਲਾ ਦਿਨ ਐਤਵਾਰ ਹੈ, ਤਦ ਹਫ਼ਤੇ ਦਾ 7ਵਾਂ ਦਿਨ ਯਕੀਨਨ ਰੂਪ ਨਾਲ ਸ਼ਨੀਵਾਰ ਹੈ। ਪਹਿਲੇ ਚਰਚ ਦੀਆਂ ਸਾਰੀਆਂ ਖੁਸ਼ਖਬਰੀ ਦੀਆਂ ਪੁਸਤਕਾਂ ਵਿੱਚ ਪਰਮੇਸ਼ਵਰ ਨੇ ਇਹ ਪਹਿਲਾਂ ਤੋਂ ਹੀ ਦੱਸ ਦਿੱਤਾ ਹੈ। ਪਰਮੇਸ਼ਵਰ ਨੇ ਕਿਹਾ ਕਿ ਉਹਨਾਂ ਨੇ 7ਵੇਂ ਦਿਨ ਵਿਸ਼ਰਾਮ ਕੀਤਾ। ਕਿ ਉਹਨਾਂ ਨੇ ਕਦੇ ਕਿਹਾ ਕਿ ਉਹਨਾਂ ਨੇ ਪਹਿਲੇ ਦਿਨ ਵਿਸ਼ਰਾਮ ਕੀਤਾ? ਪਰਮੇਸ਼ਵਰ ਨੇ ਵਾਰ-ਵਾਰ ਕਿਹਾ ਕਿ ਸਾਨੂੰ 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖਣਾ ਚਾਹੀਦਾ ਹੈ। ਇਸ ਲਈ ਜੋ ਆਰਾਧਨਾ ਦਾ ਦਿਨ ਪਰਮੇਸ਼ਵਰ ਨੇ ਸਾਨੂੰ ਮਨਾਉਣ ਦਾ ਹੁਕਮ ਦਿੱਤਾ ਹੈ, ਉਹ ਸਬਤ ਦਾ ਦਿਨ 7ਵਾਂ ਦਿਨ ਹੈ। ਆਓ ਅਸੀਂ ਸਾਰੇ ਇਸ ਗੱਲ ਨੂੰ ਧਿਆਨ ਵਿੱਚ ਰੱਖੀਏ ਕਿ ਐਤਵਾਰ ਜਿਸ ਦਿਨ ਯਿਸੂ ਜੀ ਉੱਠੇ ਸੀ, ਹਫ਼ਤੇ ਦਾ ਪਹਿਲਾ ਦਿਨ ਹੈ, ਨਾ ਕਿ ਹਫ਼ਤੇ ਦਾ 7ਵਾਂ ਦਿਨ। ਆਓ ਅਸੀਂ ਕੂਚ ਅਧਿਆਇ 31 ਉੱਤੇ ਜਾਈਏ। ਕੂਚ ਅਧਿਆਇ 31 ਵਚਨ 13। ਤੂੰ ਇਜ਼ਰਾਈਲੀਆਂ ਨੂੰ ਬੋਲ,
너희는 ਭਾਈ ਕਿਹਦੇ ਸਬਤਾਂ ਦੀ? 누구의 안식일을 지키라고요? ਮੇਰੇ ਸਬਤਾਂ ਦੀ ਜ਼ਰੂਰ ਮਨੋਤ ਕਰਿਓ, ਕਿਉਂ ਜੋ ਉਹ ਮੇਰੇ ਵਿੱਚ ਅਤੇ ਤੁਹਾਡੇ ਵਿੱਚ 뭐라고요? ਤੁਹਾਡੀਆਂ ਪੀੜ੍ਹੀਆਂ ਤੱਕ 표징이 ਇੱਕ ਨਿਸ਼ਾਨ ਹੈ। 나는 너희를 거룩하게 하는 ਭਾਈ ਤੁਸੀਂ ਜਾਣੋ ਕਿ ਮੈਂ ਯਹੋਵਾ ਤੁਹਾਡਾ ਪਵਿੱਤਰ ਕਰਨ ਵਾਲਾ ਹਾਂ। ਇਹ ਲਿਖਿਆ ਹੈ, 하나님께서 ਭਾਈ ਮੇਰੇ ਸਬਤਾਂ ਦੀ ਜ਼ਰੂਰ ਮਨੋਤ ਕਰਿਓ। 이 내용에 영문 성경을 보면 you must observe my Sabbaths라고 이렇게 표현이 되어 있습니다. 여기에 ਸ਼ਬਦ ਜ਼ਰੂਰ ਪਰਮੇਸ਼ਰ ਦੀ ਬਹੁਤ ਦ੍ਰਿੜ ਇੱਛਾ ਨੂੰ ਦਿਖਾਉਂਦਾ ਹੈ। 하나님의 그 의지를 보여주고 있습니다. ਇਸ ਦਾ ਮਤਲਬ ਹੈ ਕਿ ਸਬਤ ਦਾ ਦਿਨ ਪਰਮੇਸ਼ਰ ਦਾ ਨਿਯਮ ਹੈ ਜਿਸ ਦਾ ਸਾਨੂੰ ਪਾਲਣ ਕਰਨਾ ਚਾਹੀਦਾ ਹੈ। ਪਰਮੇਸ਼ਰ ਨੇ ਘੋਸ਼ਣਾ ਕੀਤੀ ਕਿ ਉਹ ਮੇਰੇ ਵਿੱਚ ਅਤੇ ਤੁਹਾਡੇ ਵਿੱਚ ਇੱਕ ਨਿਸ਼ਾਨ ਹੈ। ਜੋ ਸਬਤ ਦੇ ਦਿਨ ਨੂੰ ਮੰਨਦੇ ਹਨ ਉਹ ਮੇਰੀ ਪ੍ਰਜਾ ਹੋਣਗੇ ਅਤੇ ਜੋ ਨਹੀਂ ਮੰਨਣਗੇ ਉਹ ਮੇਰੀ ਪ੍ਰਜਾ ਨਹੀਂ ਹੋਣਗੇ। ਆਓ ਅਸੀਂ ਹਿਜਕਲ ਦੀ ਕਿਤਾਬ ਅਧਿਆਇ 20 ਵਚਨ 20 ਵਿੱਚ ਪਰਮੇਸ਼ਰ ਦਾ ਵਚਨ ਪੜ੍ਹੀਏ। ਅਤੇ ਮੇਰੇ ਸਬਤਾਂ ਨੂੰ ਸਾਨੂੰ ਇਸ ਨੂੰ ਕਿਵੇਂ ਜਾਣਨਾ ਚਾਹੀਦਾ ਹੈ? ਪਵਿੱਤਰ ਜਾਣੋ ਕਿ ਉਹ ਮੇਰੇ ਅਤੇ ਤੁਹਾਡੇ ਵਿਚਕਾਰ ਨਿਸ਼ਾਨ ਹੋਣ, 표징이 되어 ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਹਾਂ। 알게 하리라 하였노라고 했습니다. ਜਿਵੇਂ ਕਿ ਬਾਈਬਲ ਵਿੱਚ ਲਿਖੇ ਵਚਨਾਂ ਨਾਲ ਸਾਬਤ ਹੁੰਦਾ ਹੈ, 하나님 ਜੋ ਸਬਤ ਦਾ ਦਿਨ ਨਹੀਂ ਮਨਾਉਂਦੇ ਉਹ ਪਰਮੇਸ਼ਰ ਦੇ ਲੋਕ ਨਹੀਂ ਬਣ ਸਕਦੇ। ਭਾਵੇਂ ਨਾਦਾਬ ਤੇ ਅਬੀਹੂ ਜਾਜਕ ਸੀ, ਫਿਰ ਵੀ ਪਰਮੇਸ਼ਰ ਨੇ ਉਹਨਾਂ ਨੂੰ ਨਸ਼ਟ ਕਰ ਦਿੱਤਾ ਕਿਉਂਕਿ ਉਹ ਅਣਅਧਿਕਾਰਤ ਅੱਗ ਨਾਲ ਅਰਥਾਤ ਇੱਕ ਵੱਖਰੇ ਤਰੀਕੇ ਦੇ ਬਲੀਦਾਨ ਨਾਲ ਜਿਸ ਦਾ ਪਰਮੇਸ਼ਰ ਨੇ ਹੁਕਮ ਨਹੀਂ ਦਿੱਤਾ ਸੀ ਪਰਮੇਸ਼ਰ ਦੀ ਆਰਾਧਨਾ ਕਰਨ ਗਏ ਸੀ। ਕਾਇਨ ਨੇ ਇੱਕ ਵੱਖਰੀ ਤਰ੍ਹਾਂ ਦੀ ਭੇਟ ਨਾਲ ਬਲੀਦਾਨ ਚੜਾਇਆ 다른 제물을 ਜਿਸ ਦਾ ਪਰਮੇਸ਼ਰ ਨੇ ਹੁਕਮ ਨਹੀਂ ਦਿੱਤਾ ਸੀ, 자기 임의대로 ਕਿਉਂਕਿ ਉਸ ਨੇ ਖੁਦ ਸੋਚਿਆ ਕਿ ਇਹ ਇੱਕ ਵਧੀਆ ਭੇਟ ਹੋਵੇਗੀ, ਪਰ ਪਰਮੇਸ਼ਰ ਨੇ ਉਸ ਦੀ ਭੇਟ ਨੂੰ ਅਸਵੀਕਾਰ ਕਰ ਦਿੱਤਾ। 버리셨습니다. ਸਾਨੂੰ ਸਬਤ ਦੇ ਦਿਨ ਨੂੰ ਮਨਾਉਣਾ ਅਤੇ ਦੁਬਾਰਾ ਸਥਾਪਿਤ ਕਰਨਾ ਚਾਹੀਦਾ ਹੈ ਜਿਸ ਨੂੰ ਪਰਮੇਸ਼ਰ ਨੇ ਸਾਨੂੰ ਚੇਤੇ ਰੱਖਣ ਦਾ ਹੁਕਮ ਦਿੱਤਾ ਸੀ। 해야 되겠죠. ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਅਸੀਂ ਇੱਕ ਇੱਕ ਕਰਕੇ ਇਹੀ ਤਰ੍ਹਾਂ ਪਰਮੇਸ਼ਰ ਦੀ ਸੱਚਾਈ ਨੂੰ ਲੱਭ ਲਵਾਂਗੇ 하나님께서 ਅਤੇ ਪਰਮੇਸ਼ਰ ਦੀ ਇੱਛਾ ਵਿੱਚ ਨਿਵਾਸ ਕਰਾਂਗੇ, ਫਿਰ ਉਹ ਸਬਤ ਦੇ ਦਿਨ ਦੇ ਦੁਆਰਾ ਸਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਆਸੀਸ਼ਾਂ ਦੇਣਗੇ। ਕੁਝ ਲੋਕ ਕਹਿ ਸਕਦੇ ਹਨ, ਕਈ ਚਰਚ ਐਤਵਾਰ ਨੂੰ ਆਰਾਧਨਾ ਕਰਦੇ ਹਨ, ਕਿ ਉਹ ਲੋਕ ਜੋ ਉਸ ਦਿਨ ਉਹਨਾਂ ਚਰਚਾਂ ਵਿੱਚ ਆਰਾਧਨਾ ਕਰਦੇ ਹਨ ਆਪਣੇ ਮੂੰਹ ਅਤੇ ਬੋਲਾਂ ਨਾਲ ਪਰਮੇਸ਼ਰ ਨੂੰ ਨਹੀਂ ਪੁਕਾਰਦੇ। ਕਾਇਨ ਨੇ ਹਾਬਲ ਦੀ ਤਰ੍ਹਾਂ ਹੀ ਪਰਮੇਸ਼ਰ ਦੀ ਆਰਾਧਨਾ ਕੀਤੀ, 예배를 했습니다. ਹਾਲਾਂਕਿ ਪਰਮੇਸ਼ਰ ਨੇ ਉਸ ਨੂੰ ਅਸਵੀਕਾਰ ਕਰ ਦਿੱਤਾ ਸੀ। ਯਿਸੂ ਇਸ ਧਰਤੀ ਉੱਤੇ 2000 ਸਾਲ ਪਹਿਲਾਂ ਆਏ ਸੀ ਅਤੇ ਉਹਨਾਂ ਨੇ ਸਾਨੂੰ ਇਸ ਦਾ ਜਵਾਬ ਇਹ ਕਹਿ ਕੇ ਦਿੱਤਾ, ਤੁਸੀਂ ਵਿਅਰਥਾ ਮੇਰੀ ਉਪਾਸਨਾ ਕਰਦੇ ਹੋ। ਯਿਸੂ ਨੇ ਸਾਨੂੰ ਜਾਣਨ ਦਿੱਤਾ ਕਿ ਐਤਵਾਰ ਦੀ ਆਰਾਧਨਾ ਦੁਆਰਾ ਸਾਨੂੰ ਨਾ ਤਾਂ ਪਾਪਾਂ ਦੀ ਮਾਫੀ ਅਤੇ ਨਾ ਹੀ ਮੁਕਤੀ ਅਤੇ ਨਾ ਹੀ ਸਵਰਗ ਦਾ ਰਾਜ ਦਿੱਤਾ ਜਾ ਸਕਦਾ ਹੈ। 예배법이라고 이렇게 말씀을 하고 있죠. ਆਓ ਅਸੀਂ ਲੂਕਾ ਦੀ ਕਿਤਾਬ ਅਧਿਆਇ 4 ਵਚਨ 16 ਵਿੱਚ ਪਰਮੇਸ਼ਵਰ ਦਾ ਵਚਨ ਦੇਖੀਏ। ਫਿਰ ਉਹ ਨਾਸਰਤ ਨੂੰ ਆਇਆ ਜਿੱਥੇ ਪਾਲਿਆ ਸੀ 그래서 이르사 ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਕਿੱਥੇ ਗਿਆ? ਸਮਾਜ ਵਿੱਚ ਜਾ ਕੇ ਪੜਨ ਲਈ ਖੜਾ ਹੋਇਆ ਅਤੇ ਯੈਸਾਇਆ ਨਬੀ ਦੀ ਪੋਥੀ ਉਸ ਨੂੰ ਦਿੱਤੀ ਗਈ ਅਤੇ ਉਸਨੇ ਪੋਥੀ ਖੋਲ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, 주의 성령이 내게 ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ 자에게 ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। 내게 기름을 부으시고 ਉਸ ਮੈਨੂੰ ਕੱਲਿਆ ਹੈ ਕਿ ਬੰਦੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਤੇ ਕੁਚਲਿਆ ਹੋਇਆਂ ਨੂੰ ਛੁਡਾਵਾਂ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਾਂ। 하였더라고 했습니다. ਯਿਸੂ ਸਮਾਜ ਵਿੱਚ ਕਿਸ ਦਿਨ ਗਏ ਸੀ? 언제 들어가셨습니까? ਸਬਤ ਦੇ ਦਿਨ। ਸਬਤ ਦਾ ਦਿਨ ਆਰਾਧਨਾ ਕਰਨ ਦਾ ਦਸਤੂਰ ਕਿਸ ਦਾ ਸੀ? ਇਹ ਦਰਜ ਹੈ ਕਿ ਇਹ ਯਿਸੂ ਦਾ ਦਸਤੂਰ ਸੀ। ਯਿਸੂ ਨੇ ਇਸ ਧਰਤੀ ਉੱਤੇ ਆ ਕੇ ਸਾਨੂੰ ਨਮੂਨਾ ਦਿਖਾਇਆ ਕਿ ਅਸੀਂ ਸਬਤ ਦੇ ਦਿਨ ਨੂੰ ਕਿਵੇਂ ਚੇਤੇ ਰੱਖ ਸਕਦੇ ਹਾਂ ਅਤੇ ਇਸ ਨੂੰ ਪਵਿੱਤਰ ਮੰਨ ਸਕਦੇ ਹਾਂ। 보여주셨는데 ਇਹ ਬਹੁਤ ਮੰਦਭਾਗੀ ਹੈ ਕਿ ਹੋਰ ਦਿਨ ਜੋ ਸਬਤ ਦੇ ਦਿਨ ਨਹੀਂ ਹਨ 마치 ਇਸ ਤਰ੍ਹਾਂ ਸਵੀਕਾਰ ਕੀਤੇ ਗਏ ਹਨ ਜਿਵੇਂ ਕਿ ਪਰਮੇਸ਼ਰ ਦੀ ਆਰਾਧਨਾ ਕਰਨ ਦੇ ਦਿਨ ਹੋਣ। 불행한 일입니다. ਇਹ ਅਸਲ ਵਿੱਚ 321 ਈਸਵੀ ਦੇ ਨੇੜੇ ਲਾਗੂ ਹੋਇਆ। 내용들이 본격화되기 시작했죠. ਰੋਮਨ ਸਮਰਾਟ ਕੌਂਸਟੈਂਟੀਨ ਨੇ 321 ਈਸਵੀ ਵਿੱਚ ਘੋਸ਼ਣਾ ਕੀਤੀ 21년에 ਕਿ ਸਾਰੇ ਜੱਜ, ਸ਼ਹਿਰ ਦੇ ਲੋਕ ਅਤੇ ਕਾਰੀਗਰ ਸੂਰਜ ਦੇ ਸਤਿਕਾਰਯੋਗ ਦਿਨ ਉੱਤੇ ਆਰਾਮ ਕਰਨ। ਇਸ ਤਰ੍ਹਾਂ ਐਤਵਾਰ ਨੂੰ ਆਰਾਮ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ। ਮਿਥਰਾਇਜ਼ਮ ਜੋ ਕਿ ਸੂਰਜ ਦੇਵਤਾ ਦੀ ਆਰਾਧਨਾ ਕਰਨ ਵਾਲਾ ਧਰਮ ਸੀ, 숭배하는 ਰੋਮਨ ਸਮਰਾਜ ਵਿੱਚ ਬਹੁਤ ਪ੍ਰਚਲਿਤ ਸੀ। 유행했습니다. ਜਿਸ ਦਿਨ ਲੋਕਾਂ ਨੇ ਮਿਥਰਾ ਦੀ ਆਰਾਧਨਾ ਕੀਤੀ 예배 ਉਹ ਐਤਵਾਰ ਦਾ ਦਿਨ ਸੀ।
ਜਿਵੇਂ ਜਿਵੇਂ ਐਤਵਾਰ ਦੀ ਆਰਾਧਨਾ ਨੇ ਈਸਾਈ ਧਰਮ ਵਿੱਚ ਹੌਲੀ-ਹੌਲੀ ਘੁਸਪੈਠ ਕਰਨਾ ਸ਼ੁਰੂ ਕੀਤਾ, ਆਖਰਕਾਰ ਈਸਾਈ ਧਰਮ ਨੇ ਐਤਵਾਰ ਦੀ ਆਰਾਧਨਾ ਦੀ ਪ੍ਰਥਾ ਨੂੰ ਸਵੀਕਾਰ ਕਰ ਲਿਆ। 받아들이는 것이죠. ਸਾਰੇ ਲੋਕੋ, ਅਸੀਂ ਪਰਮੇਸ਼ਵਰ ਦੀ ਆਰਾਧਨਾ ਦੇ ਦਿਨ ਨੂੰ ਮਨਮਾਨੇ ਢੰਗ ਨਾਲ ਨਿਯੁਕਤ ਨਹੀਂ ਕੀਤਾ। ਪਰਮੇਸ਼ਵਰ ਨੇ ਉਸ ਦਿਨ ਨੂੰ ਨਿਯੁਕਤ ਕੀਤਾ ਸੀ। ਆਓ ਅਸੀਂ ਬਾਈਬਲ ਦੀਆਂ ਸਾਰੀਆਂ ਸਿੱਖਿਆਵਾਂ ਦਾ ਧਿਆਨ ਨਾਲ ਅਧਿਐਨ ਕਰੀਏ ਅਤੇ ਉਸ ਦਿਨ ਤੱਕ ਪਰਮੇਸ਼ਵਰ ਦਾ ਪਾਲਨ ਕਰੀਏ ਜਦੋਂ ਤੱਕ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰਦੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਸਿਯੋਨ ਪਰਿਵਾਰ ਦੇ ਸਭ ਮੈਂਬਰਾਂ ਉੱਤੇ ਪੂਰੇ ਸਾਲ ਪਰਮੇਸ਼ਵਰ ਦੀ ਆਸ਼ੀਸ਼ ਬਣੀ ਰਹੇ। 바라겠습니다. ਤੁਹਾਡਾ ਬਹੁਤ ਬਹੁਤ ਧੰਨਵਾਦ।